ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗੇ ਹਾਂ। ਕਹਾਣੀ ਦਾ ਨਾਂ ਹੈ ਕਬੂਤਰ ਵਰਗੀ ਕੁੜੀ। ਇਸ ਕਹਾਣੀ ਨੂੰ ਲਿਖਣ ਵਾਲੇ ਨੇ ਹਰਦੀਪ ਸਿੰਘ ਗਰੇਵਾਲ ਥਰੀਕੇ। ਤੇ ਲਓ ਕਹਾਣੀ ਸ਼ੁਰੂ ਕਰਦੇ ਹਾਂ। ਦਸੰਬਰ ਦਾ ਮਹੀਨਾ ਸੀ। ਠੰਡ ਦਾ ਪੂਰਾ ਜ਼ੋਰ ਸੀ। ਆਥਣ ਦੇ 4 ਵਜੇ ਪੱਛੋਂ ਵਾਲੇ ਪਾਸਿਓਂ ਕਾਲੀ ਬੱਦਲੀ ਚੜ੍ਹ ਆਈ। ਨਾਲ ਹੀ ਤੇਜ਼ ਹਨੇਰੀ ਵਗਣ ਲੱਗੀ। ਮੀਂਹ ਸਾਉਣ ਦੇ ਮਹੀਨੇ ਵਾਂਗੂ ਵਰਨ ਲੱਗਿਆ। ਕਾਕਾ ਮੱਝਾਂ ਵਿਹੜੇ ਵਿੱਚੋਂ ਖੋਲ੍ਹ ਕੇ ਬਰਾਂਡੇ ਵਿੱਚ ਬੰਨ੍ਹਣ ਲੱਗਿਆ। ਮੀਂਹ ਨਾਲ ਪੂਰਾ ਭਿੱਜ ਗਿਆ ਸੀ। ਉਸ ਦੀ ਉਮਰ ਮਸਾਂ 15 ਕੁ ਸਾਲ ਦੀ ਸੀ। ਉਸਨੇ ਗਿੱਲੇ ਕੱਪੜੇ ਬਦਲੇ ਤੇ ਚਾਹ ਪੀਣ ਲੱਗਿਆ। ਐਨੇ ਨੂੰ ਉਸਨੇ ਟਾਕੀ ਵਿੱਚੋਂ ਦੇਖਿਆ ਕਿ ਗੋਲਾ ਕਬੂਤਰ ਮੀਂਹ ਅਤੇ ਤੇਜ਼ ਹਨੇਰੀ ਦਾ ਭੰਨਿਆ ਹੋਇਆ ਚਵਾਰੇ ਨਾਲ ਟਕਰਾ ਕੇ ਵੀਹੀ ਵਿੱਚ ਡਿੱਗ ਪਿਆ। ਉੱਡਣ ਦੀ ਉਸ ਵਿੱਚ ਹਿੰਮਤ ਬਾਕੀ ਨਹੀਂ ਸੀ। ਉਹ ਕਿਸੇ ਵੀ ਵਕਤ ਬਿੱਲੀ ਦਾ ਸ਼ਿਕਾਰ ਬਣ ਸਕਦਾ ਸੀ। ਕਾਕੇ ਨੇ ਕਬੂਤਰ ਨੂੰ ਦੇਖਦੇ ਹੀ ਚਾਹ ਦਾ ਕੱਪ ਵਿਚਾਲੇ ਛੱਡ ਕੇ ਵੀਹੀ 'ਚੋਂ ਕਬੂਤਰ ਚੱਕ ਲਿਆਂਦਾ, ਭਾਵੇਂ ਉਸਦੇ ਕੱਪੜੇ ਥੋੜ੍ਹੇ ਜਿਹੇ ਦੁਬਾਰਾ ਭਿੱਜ ਗਏ ਸਨ। ਉਸਨੇ ਕਬੂਤਰ ਨੂੰ ਚੁੱਲ੍ਹੇ ਕੋਲ ਲਿਜਾ ਕੇ ਹੌਲੀ-ਹੌਲੀ ਸੁਕਾਇਆ। ਠੰਡ ਅਤੇ ਮੀਂਹ ਦਾ ਭੰਨਿਆ ਕਬੂਤਰ ਵੀ ਥੋੜ੍ਹਾ ਸੁਰਤ ਸਿਰ ਹੋ ਗਿਆ। ਕਾਕਾ ਹੁਣ ਕਬੂਤਰ ਨੂੰ ਲੈ ਕੇ ਰਜਾਈ ਵਿੱਚ ਬੈਠ ਗਿਆ। ਥੋੜ੍ਹੀ ਦੇਰ ਬਾਅਦ ਕਾਕੇ ਦਾ ਚਾਚਾ ਜੀਤਾ ਦਰਵਾਜ਼ੇ ਤੋਂ ਘਰ ਆ ਗਿਆ। ਉਸਨੇ ਦਾਰੂ ਦੀ ਘੁੱਟ ਲਾਈ ਸੀ। ਕਾਕੇ ਦੀ ਮਾਂ ਚੁੱਲ੍ਹੇ 'ਤੇ ਰਾਤ ਦੀ ਰੋਟੀ ਬਣਾ ਰਹੀ ਸੀ। ਉਸਨੇ ਜੀਤੇ ਨੂੰ ਦੱਸਿਆ ਵੀ ਕਾਕੇ ਨੇ ਮੀਂਹ 'ਚੋਂ ਗੋਲਾ ਕਬੂਤਰ ਫੜਿਆ ਤੇ ਹੁਣ ਉਹਨੂੰ ਰਜਾਈ 'ਚ ਲਈ ਬੈਠਾ। ਗੋਲੇ ਕਬੂਤਰ ਦਾ ਨਾਂ ਸੁਣ ਕੇ ਜੀਤੇ ਦੇ ਮੂੰਹ ਵਿੱਚ ਪਾਣੀ ਆ ਗਿਆ। ਉਹ ਸਿੱਧਾ ਕਾਕੇ ਕੋਲ ਗਿਆ ਤੇ ਬੋਲਿਆ, ਕਾਕਿਆ, ਨਜ਼ਾਰਾ ਆ ਗਿਆ ਅੱਜ ਤਾਂ। ਠੰਡ ਬਹੁਤ ਆ, ਗੋਲੇ ਗਰਮ ਵੀ ਬਹੁਤ ਹੁੰਦੇ ਨੇ। ਕੱਢ ਰਜਾਈ 'ਚੋਂ, ਬਣਾਈਏ ਮੀਟ ਦਾ। ਕਾਕੇ ਨੇ ਕਬੂਤਰ ਨੂੰ ਹੋਰ ਘੁੱਟ ਕੇ ਫੜ ਲਿਆ। ਨਹੀਂ ਚਾਚਾ ਨਹੀਂ, ਮੈਂ ਤਾਂ ਮਸਾਂ ਮੀਂਹ 'ਚੋਂ ਬਚਾ ਕੇ ਲਿਆਇਆ, ਮੈਂ ਨਹੀਂ ਦੇਣਾ ਤੈਨੂੰ। ਨਾ ਤੂੰ ਇਹਦਾ ਅਚਾਰ ਪਾਉਣਾ, ਤੂੰ ਨਹੀਂ ਖਾਣਾ, ਨਾ ਖਾਈ ਯਾਰ। ਜੀਤੇ ਨੇ ਰਜਾਈ ਖਿੱਚਤੀ। ਲਿਆ ਇਹਦੀ ਗਰਦਨ ਮਰੋੜਾਂ। ਕਾਕਾ ਮੰਜੇ ਤੋਂ ਛਾਲ ਮਾਰ ਕੇ ਕਬੂਤਰ ਨੂੰ ਲੈ ਕੇ ਆਪਣੀ ਮਾਂ ਕੋਲ ਭੱਜ ਗਿਆ। ਉਸ ਦੀ ਮਾਂ ਨੇ ਜੀਤੇ ਨੂੰ ਰੋਕਿਆ। ਕਾਕੇ ਨੇ ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਕਬੂਤਰ ਨੂੰ ਦੁੱਧ ਕੱਢਣੀ ਵਿੱਚ ਰੱਖ ਕੇ ਛੋਟੀ ਜਿਹੀ ਜਿੰਦਰੀ ਲਗਾ ਦਿੱਤੀ। ਕਾਕੇ ਨੂੰ ਆਪਣੇ ਚਾਚੇ 'ਤੇ ਅਜੇ ਵੀ ਯਕੀਨ ਨਹੀਂ ਸੀ। ਉਸਨੇ ਰਾਤ ਨੂੰ ਵੀ ਕਬੂਤਰ ਆਪਣੇ ਕਮਰੇ ਵਿੱਚ ਹੀ ਰੱਖਿਆ। ਸਵੇਰੇ ਐਤਵਾਰ ਦਾ ਦਿਨ ਸੀ। ਮੀਂਹ ਤੋਂ ਬਾਅਦ ਬਹੁਤ ਸੋਹਣੀ ਧੁੱਪ ਨਿਕਲ ਆਈ। ਕਾਕੇ ਨੇ 10 ਵਜੇ ਸਵੇਰੇ ਦੁੱਧ ਕੱਢਣੀ ਸਮੇਤ ਕਬੂਤਰ ਵਿਹੜੇ ਵਿੱਚ ਲਿਆ ਕੇ ਰੱਖ ਦਿੱਤਾ। ਉਸਨੂੰ ਚੰਗੀ ਤਰ੍ਹਾਂ ਦੇਖਿਆ। ਉਸਨੂੰ ਕੁਝ ਰੋਟੀ ਦੀਆਂ ਬੁਰਕੀਆਂ ਪਾਈਆਂ ਤੇ ਆਪ ਵੀ ਰੋਟੀ ਖਾਧੀ। ਜੀਤਾ ਖੇਤ ਪੱਠੇ ਲੈਣ ਚਲਿਆ ਗਿਆ। ਹੁਣ ਕਾਕਾ ਕਬੂਤਰ ਛੱਡਣ ਲੱਗਿਆ ਸੀ। ਉਸਨੂੰ ਲੱਗਿਆ ਸੀ ਕਿ ਜਦੋਂ ਮੈਂ ਕਬੂਤਰ ਛੱਡਾਂਗਾ ਤਾਂ ਕਬੂਤਰ ਲੰਮੀ ਉਡਾਰੀ ਮਾਰ ਕੇ ਕਿਤੇ ਦੂਰ ਚਲਾ ਜਾਵੇਗਾ। ਪਰ ਨਹੀਂ, ਜਦੋਂ ਕਾਕੇ ਨੇ ਦੋਨਾਂ ਹੱਥਾਂ ਵਿੱਚ ਕਬੂਤਰ ਨੂੰ ਫੜ ਕੇ ਛੱਡਿਆ ਤਾਂ ਕਬੂਤਰ ਉੱਡ ਕੇ ਕੋਠੇ ਦੇ ਬਨੇਰੇ 'ਤੇ ਬੈਠ ਗਿਆ। ਕਾਕਾ ਕਬੂਤਰ ਵੱਲ ਤੇ ਕਬੂਤਰ ਕਾਕੇ ਵੱਲ ਵੇਖ ਰਿਹਾ ਸੀ। ਪਤਾ ਨਹੀਂ ਬੇਜਵਾਨ ਜਾਨਵਰ ਕਾਕੇ ਨੂੰ ਕਿੰਨੀਆਂ ਕੁ ਅਸੀਸਾਂ ਦੇ ਰਿਹਾ ਸੀ। 5 ਮਿੰਟ ਪਿੱਛੋਂ ਕਬੂਤਰ ਦੂਰ ਕਿਤੇ ਉਡਾਰੀ ਮਾਰ ਗਿਆ ਤੇ ਕਾਕੇ ਨੂੰ ਕਬੂਤਰ ਬਿੱਲੀ ਅਤੇ ਜੀਤੇ ਚਾਚੇ ਤੋਂ ਬਚਾਉਣ ਦੀ ਆਪਣੀ ਸੋਚ ਦੀ ਉਡਾਰੀ ਕਬੂਤਰ ਦੀ ਉਡਾਰੀ ਤੋਂ ਵੀ ਉੱਚੀ ਜਾਪੀ ਸੀ। ਫਿਰ 24 ਸਾਲ ਦੀ ਉਮਰ ਵਿੱਚ ਕਾਕਾ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਦੇ ਸ਼ਹਿਰ ਸਰੀ ਚਲਿਆ ਗਿਆ। ਉਸ ਦੇ ਪਹਿਲਾਂ ਇੱਕ ਮੁੰਡਾ ਹੋ ਗਿਆ ਤੇ ਫਿਰ ਇੱਕ ਕੁੜੀ ਹੋ ਗਈ। ਕਾਕਾ ਦਿਨੇ ਕੰਮ ਕਰਦਾ ਤੇ ਉਸਦੀ ਘਰਵਾਲੀ ਰਾਤ ਨੂੰ ਸਿਕਿਉਰਿਟੀ ਕਰਨ ਜਾਂਦੀ। 12 ਘੰਟੇ ਦੀ ਰਾਤ ਦੀ ਸ਼ਿਫਟ ਸੀ ਸਿਕਿਉਰਿਟੀ ਦੀ। ਉਹ ਆਥਣੇ 6 ਵਜੇ ਘਰੋਂ ਜਾਂਦੀ ਤੇ ਸਵੇਰੇ 7 ਵਜੇ ਵਾਪਸ ਆਉਂਦੀ। ਕਾਕੇ ਦਾ ਪੇਂਡੂ ਜਮਾਤੀ ਪਾਲੀ ਕਈ ਵਾਰੀ ਰਾਤ ਨੂੰ ਕਾਕੇ ਕੋਲ ਆ ਜਾਂਦਾ ਤੇ ਉਹ ਪੈਗ ਲਾਉਂਦੇ ਪਿੰਡ ਦੀਆਂ ਗੱਲਾਂ ਦੇਰ ਰਾਤ ਤੱਕ ਕਰਦੇ ਰਹਿੰਦੇ। ਕਈ ਵਾਰੀ ਪਾਲੀ ਕਾਕੇ ਦੀ ਬੇਸਮੈਂਟ ਵਿੱਚ ਸੋਫੇ 'ਤੇ ਹੀ ਸੌਂ ਜਾਂਦਾ ਤੇ ਸਵੇਰੇ ਆਪਣੇ ਘਰੇ ਜਾਂਦਾ।
ਕਾਕੇ ਕੋਲ ਇੱਕ ਬੈੱਡਰੂਮ ਵਾਲੀ ਬੇਸਮੈਂਟ ਸੀ। ਇੱਕੋ ਕਮਰੇ ਵਿੱਚ ਡਬਲ ਬੈੱਡ ਦੇ ਨਾਲ ਜੋੜ ਕੇ ਸਿੰਗਲ ਬੈੱਡ ਲਾਇਆ ਹੋਇਆ ਸੀ। ਨਿਆਣੇ ਡਬਲ ਬੈੱਡ 'ਤੇ ਸੌਂ ਜਾਂਦੇ ਤੇ ਕਾਕਾ ਸਿੰਗਲ ਬੈੱਡ 'ਤੇ ਸੌਂ ਜਾਂਦਾ। ਲਿਵਿੰਗ ਰੂਮ ਦੀ ਵਿੰਡੋ ਸੜਕ ਵਾਲੇ ਪਾਸੇ ਖੁੱਲ੍ਹਦੀ ਸੀ। ਸੜਕ ਉੱਤੇ ਸਾਹਮਣੇ ਹੀ ਬੱਸ ਸਟਾਪ ਸੀ। ਫਿਰ ਇੱਕ ਵਾਰੀ ਨਵੰਬਰ ਦੇ ਮਹੀਨੇ ਰਾਤ ਦੇ 8 ਵਜੇ ਦਾ ਸਮਾਂ ਸੀ। ਹਨੇਰਾ ਹੋ ਚੁੱਕਿਆ ਸੀ। ਠੰਡ ਬਹੁਤ ਹੋ ਗਈ ਸੀ। ਜ਼ੋਰਦਾਰ ਮੀਂਹ ਪੈ ਰਿਹਾ ਸੀ। ਕਾਕੇ ਦੀ ਘਰਵਾਲੀ ਕੰਮ 'ਤੇ ਚਲੀ ਗਈ। ਨਿਆਣੇ ਦੋਨੋਂ ਸੌਂ ਗਏ ਸਨ। ਕਾਕੇ ਨੇ ਵਿੰਡੋ ਵਿੱਚੋਂ ਬਾਹਰ ਦੇਖਿਆ ਤਾਂ ਸਟਰੀਟ ਲਾਈਟ ਦੇ ਚਾਨਣ ਵਿੱਚ ਉਸ ਨੂੰ ਬੱਸ ਸਟਾਪ 'ਤੇ ਇੱਕ ਕੁੜੀ ਦਿਖਾਈ ਦਿੱਤੀ। ਉਸ ਕੁੜੀ ਕੋਲ ਇੱਕ ਵੱਡਾ 32 ਇੰਚ ਵਾਲਾ ਅਟੈਚੀ ਸੀ ਤੇ ਇੱਕ ਹੈਂਡ ਬੈਗ ਸੀ, ਜਿਵੇਂ ਹੁਣੇ ਏਅਰਪੋਰਟ ਤੋਂ ਆਈ ਹੋਵੇ। ਕੁੜੀ ਨਵੀਂ ਆਈ ਸਟੂਡੈਂਟ ਲੱਗਦੀ ਸੀ। ਕੁੜੀ ਹੁਣ ਭਾਵੇਂ ਬੱਸ ਸਟਾਪ ਦੀ ਛੱਤ ਹੇਠਾਂ ਖੜੀ ਸੀ, ਪਰ ਉਹ ਮੀਂਹ ਨਾਲ ਪੂਰੀ ਭਿੱਜੀ ਹੋਈ ਸੀ। ਦੇਖਣ ਨੂੰ ਲੰਮੀ ਲੰਜੀ ਕੁੜੀ ਫਿਲਮਾਂ ਦੀ ਹੀਰੋਇਨ ਦਲਜੀਤ ਕੌਰ ਵਰਗੀ ਲੱਗਦੀ ਸੀ। ਠੰਡ ਬਹੁਤ ਸੀ ਤੇ ਰਾਤ ਨੂੰ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਕਾਕੇ ਨੇ ਸੋਚਿਆ ਕਿ ਬੱਸ ਦੀ ਉਡੀਕ ਕਰਦੀ ਹੋਣੀ ਆ। ਇੱਕ ਬੱਸ ਆ ਕੇ ਰੁਕੀ ਤੇ ਉਹ ਨਾ ਚੜ੍ਹੀ। ਕੋਈ ਉਸ ਨੂੰ ਲੈਣ ਵੀ ਨਾ ਆਇਆ। ਇੱਕ ਕਾਲੀ ਗੱਡੀ ਵਿੱਚ ਬੈਠੇ 4 ਛਲਾਰੂ ਜਿਹੇ ਮੁੰਡੇ 2 ਵਾਰੀ ਕੁੜੀ ਦੇ ਮੂਹਰੇ ਦੀ ਗੇੜਾ ਕੱਢ ਗਏ ਸਨ। ਅੱਖਾਂ ਬਿੱਲੀਆਂ ਤੇ ਗੱਲਾਂ ਗੋਲ ਮੋਲ ਨਹੀਂ। ਬਾਲਾ ਚਮਕੀਲੇ ਦਾ ਗੀਤ ਉਹਨਾਂ ਨੇ ਉੱਚੀ ਆਵਾਜ਼ ਵਿੱਚ ਰਿਪੀਟ ਤੇ ਗੱਡੀ ਵਿੱਚ ਲਾਇਆ ਹੋਇਆ ਸੀ। ਕਾਕੇ ਨੂੰ ਉਹ ਕਾਲੀ ਗੱਡੀ ਵਾਲੇ ਮੁੰਡੇ ਬਿੱਲੀ ਵਰਗੇ ਜਾਪੇ, ਜੋ ਕਦੇ ਵੀ ਮੀਂਹ ਵਿੱਚ ਭਿੱਜੇ ਕਬੂਤਰ 'ਤੇ ਝਾਪਟ ਸਕਦੀ ਸੀ। 1 ਘੰਟਾ ਬੀਤ ਗਿਆ ਤੇ ਕੁੜੀ ਬੱਸ ਸਟਾਪ 'ਤੇ ਬੈਠੀ ਰਹੀ। ਕਾਕੇ ਨੇ ਕਮਰੇ ਵਿੱਚ ਜਾ ਕੇ ਸੌਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਨੀਂਦ ਨਾ ਆਈ। ਫਿਰ ਕਾਕਾ ਗਾਰਬੇਜ ਵਾਲਾ ਬਿਨ ਰੱਖਣ ਦੇ ਬਹਾਨੇ ਸੜਕ ਵਾਲੇ ਪਾਸੇ ਚਲਿਆ ਗਿਆ। ਵੀਰੇ, ਗੱਲ ਸੁਣਿਓ, ਕੁੜੀ ਨੇ ਕਾਕੇ ਨੂੰ ਹਾਕ ਮਾਰੀ। ਕਾਕਾ ਪਹਿਲਾਂ ਹੀ ਬੁਝਾਰਤ ਬਣੀ ਕੁੜੀ ਬਾਰੇ ਜਾਣਨਾ ਚਾਹੁੰਦਾ ਸੀ। ਉਹ ਸੜਕ ਪਾਰ ਕਰਕੇ ਕੁੜੀ ਕੋਲ ਚਲਿਆ ਗਿਆ। ਹਾਂਜੀ ਦੱਸੋ ਵੀਰੇ, ਕੋਈ ਕਮਰਾ ਮਿਲ ਜੂ ਕਿਰਾਏ 'ਤੇ? ਕੁੜੀ ਦੇ ਕੀਤੇ ਸਵਾਲ ਨੇ ਕਾਕੇ ਨੂੰ ਹੈਰਾਨ ਕਰ ਦਿੱਤਾ। ਹੁਣ ਇਸ ਵੇਲੇ ਕਮਰਾ? ਕਾਕੇ ਨੂੰ ਕੋਈ ਢੰਗ ਦਾ ਜਵਾਬ ਨਹੀਂ ਸੀ ਆਉਣ ਰਿਹਾ। ਕੁੜੀ ਫੇਰ ਬੋਲੀ, ਵੀਰੇ, ਮੇਰੀਆਂ ਸਹੇਲੀਆਂ ਨੇ ਲੜ ਕੇ ਮੈਨੂੰ ਕਮਰੇ 'ਚੋਂ ਬਾਹਰ ਕੱਢਤਾ। ਹੁਣ ਮੈਂ ਰਾਤ ਨੂੰ ਕਿੱਥੇ ਜਾਵਾਂ? ਕਾਕਾ ਉੱਥੇ ਖੜਾ ਉਹਨਾਂ ਵੈਰਨਾਂ ਬਾਰੇ ਸੋਚ ਰਿਹਾ ਸੀ, ਕੁੜੀ ਜਿਨ੍ਹਾਂ ਨੂੰ ਅਜੇ ਵੀ ਆਪਣੀਆਂ ਸਹੇਲੀਆਂ ਕਹਿ ਰਹੀ ਸੀ। ਨਾ ਜੀ ਨਾ, ਇਸ ਵੇਲੇ ਕਮਰਾ ਨਹੀਂ ਮਿਲਣਾ। ਤੁਸੀਂ ਕੱਲ੍ਹ ਨੂੰ ਗੁਰਦੁਆਰੇ ਜਾ ਕੇ ਦੇਖ ਲਿਓ। ਉੱਥੇ ਲੋਕੀ ਬੇਸਮੈਂਟ ਕਿਰਾਏ 'ਤੇ ਦੇਣ ਦੀਆਂ ਲਿਸਟਾਂ ਲਾਉਂਦੇ ਨੇ। ਕਾਕਾ ਗੱਲ ਮੁਕਾ ਕੇ ਦੁਬਾਰਾ ਸੜਕ ਪਾਰ ਕਰਕੇ ਆਪਣੇ ਕਮਰੇ ਵੱਲ ਨੂੰ ਤੁਰ ਪਿਆ। ਮੁੜੇ ਜਾਂਦੇ ਕਾਕੇ ਨੂੰ ਬੀਹੀ 'ਚੋਂ ਚੁੱਕਿਆ ਗੋਲਾ ਕਬੂਤਰ ਚੇਤੇ ਆ ਗਿਆ। ਉਹ ਫਿਰ ਵਾਪਸ ਕੁੜੀ ਕੋਲ ਗਿਆ। ਤੁਸੀਂ ਮੇਰੇ ਕੋਲ ਪੈ ਜਾਓ, ਸਵੇਰੇ ਲੱਭ ਲਿਓ ਕਮਰਾ, ਕਾਕੇ ਨੇ ਜਾਗਦੇ ਜਿਹੇ ਨੇ ਕਿਹਾ। ਚਲੋ ਠੀਕ ਆ। ਠੰਡ ਦੀ ਭੰਨੀ ਕੁੜੀ ਝੱਟ ਕਾਕੇ ਦੇ ਨਾਲ ਤੁਰ ਪਈ। ਵੀਰੇ, ਹੋਰ ਕੌਣ ਆ ਘਰੇ ਤੁਹਾਡੇ? ਕੁੜੀ ਪਹਿਲਾਂ ਪੁੱਛਣਾ ਜਿਵੇਂ ਭੁੱਲ ਹੀ ਗਈ ਸੀ। ਮੈਂ ਆ ਤੇ ਮੇਰੇ ਬੱਚੇ ਆ, ਘਰ ਵਾਲੀ ਕੰਮ 'ਤੇ ਗਈ ਆ, ਕਾਕਾ ਤੁਰਿਆ ਜਾਂਦਾ ਬੋਲਿਆ। ਕੋਈ ਨਾ ਭੈਣੇ, ਤੂੰ ਪਰਵਾਹ ਨਾ ਕਰ, ਬਥੇਰਾ ਥਾਂ ਹੈਗਾ ਪੈਣ ਨੂੰ। ਭੈਣ ਸ਼ਬਦ ਕਾਕੇ ਨੇ ਇਸ ਤਰ੍ਹਾਂ ਘੋਟ ਕੇ ਕਿਹਾ ਕਿ ਕੁੜੀ ਦੇ ਮਨ ਨੂੰ ਚੰਗੀ ਤਰ੍ਹਾਂ ਤਸੱਲੀ ਹੋ ਜਾਵੇ। ਕੁੜੀ ਨੇ ਅੰਦਰ ਆ ਕੇ ਗਿੱਲੇ ਕੱਪੜੇ ਬਦਲੇ ਤੇ ਕਾਕੇ ਨੇ ਬਚਦੀਆਂ 2 ਰੋਟੀਆਂ ਕੁੜੀ ਨੂੰ ਪਲੇਟ ਵਿੱਚ ਪਾ ਕੇ ਫੜਾ ਦਿੱਤੀਆਂ। ਠੰਡ ਨਾਲ ਕੰਬਦੀ ਕੁੜੀ ਕਮਰੇ ਦੀ ਹੀਟ ਨਾਲ ਜਾਣੀ ਸੁਰਤ ਸਿਰ ਹੋ ਗਈ। ਕੁੜੀ ਰੂਮ ਵਿੱਚ ਨਿਆਣਿਆਂ ਕੋਲ ਸਿੰਗਲ ਬੈੱਡ 'ਤੇ ਪੈ ਗਈ ਤੇ ਕਾਕਾ ਲਿਵਿੰਗ ਰੂਮ ਵਿੱਚ ਸੋਫੇ 'ਤੇ ਪੈ ਗਿਆ। ਕਾਕੇ ਨੂੰ ਅਜੇ ਨੀਂਦ ਆਉਣ ਹੀ ਲੱਗੀ ਸੀ ਕਿ ਜਦ ਨੂੰ ਪਾਲੀ ਦਾ ਫੋਨ ਆ ਗਿਆ। ਓਏ ਕਾਕਿਆ, ਕੀ ਕਰਦਾ ਬਾਈ ਤੂੰ? ਸੌਂ ਤਾਂ ਨਹੀਂ ਗਿਆ ਕਿਤੇ ਮੂੰਗੀ ਦੀ ਦਾਲ ਖਾ ਕੇ?
ਪਾਲੀ ਦਾਰੂ ਨਾਲ ਟੈਟ ਹੋਇਆ। ਕਈ ਵਾਰੀ ਕਾਕੇ ਨੂੰ ਇਸ ਤਰ੍ਹਾਂ ਮਖੌਲ ਕਰਦਾ ਸੀ। ਅਗਲੇ ਦਿਨ ਐਤਵਾਰ ਦੀ ਛੁੱਟੀ ਸੀ। ਕਾਕੇ ਨੇ ਹੌਲੀ ਹੌਲੀ ਬੋਲ ਕੇ ਪਾਲੀ ਨੂੰ ਅੱਜ ਵਾਲੀ ਸਾਰੀ ਕਹਾਣੀ ਦੱਸੀ। ਉਹ ਡਰਦਾ ਵੀ ਸੀ ਵੀ ਨਾਲ ਦੇ ਕਮਰੇ 'ਚ ਪਈ ਕੁੜੀ ਕਿਤੇ ਸੁਣ ਨਾ ਲਵੇ। ਓਏ ਸਾਲਿਆ, ਕੁੜੀ ਪਈ ਆ ਤੇਰੇ ਕੋਲ? ਮੈਂ ਆਉਣਾ ਹੁਣੇ ਹੀ। ਨਹੀਂ ਪਾਲੀ, ਤੂੰ ਨਾ ਆਈ, ਮੈਂ ਡੋਰ ਨਹੀਂ ਖੋਲ੍ਹਣਾ ਜੇ ਤੂੰ ਆਇਆ। ਲੱਖ ਲਾਹਣਤ ਆ ਯਾਰ ਤੇਰੇ 'ਤੇ। ਕਾਕੇ ਨੇ ਫੋਨ ਕੱਟ ਕੇ ਨਾਈਟ ਮੋਡ 'ਤੇ ਲਾ ਦਿੱਤਾ ਤਾਂ ਕਿ ਪਾਲੀ ਦੁਬਾਰਾ ਕਾਕੇ ਨੂੰ ਡਿਸਟਰਬ ਨਾ ਕਰੇ। ਕਾਕੇ ਨੂੰ ਪਾਲੀ ਆਪਣੇ ਜੀਤੇ ਚਾਚੇ ਵਰਗਾ ਲੱਗਿਆ ਜੋ ਉਸ ਵੱਲੋਂ ਬਚਾਏ ਕਬੂਤਰ ਦਾ ਮੀਟ ਬਣਾਉਣ ਨੂੰ ਫਿਰਦਾ ਸੀ। ਪਾਲੀ ਨੇ 2 ਵਾਰ ਕਾਕੇ ਨੂੰ ਫੋਨ ਕੀਤਾ ਪਰ ਕਾਕੇ ਨੇ ਫੋਨ ਨਾ ਚੁੱਕਿਆ। ਸਵੇਰ ਹੋਈ ਤਾਂ ਕਾਕੇ ਦੀ ਘਰਵਾਲੀ ਆਈ। ਕਾਕੇ ਨੇ ਸਾਰੀ ਗੱਲ ਉਸ ਨੂੰ ਦੱਸੀ। ਇੰਨੇ ਨੂੰ ਉਹ ਕੁੜੀ ਵੀ ਉੱਠ ਗਈ। ਤਿੰਨਾਂ ਨੇ ਸਵੇਰ ਦੀ ਚਾਹ ਪੀਤੀ। ਘਰਵਾਲੀ ਨੇ ਰਾਤ ਦੇ ਗੁੰਨੇ ਪਏ ਆਟੇ ਦੇ ਮੇਥਿਆਂ ਵਾਲੇ ਪਰੌਂਠੇ ਬਣਾ ਦਿੱਤੇ। ਦਹੀਂ ਨਾਲ ਕੁੜੀ ਨੇ ਪਰੌਂਠੇ ਖਾਧੇ, ਤਿਆਰ ਹੋਈ ਤੇ ਆਪਣੇ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਸਤਿ ਸ਼੍ਰੀ ਅਕਾਲ ਬੁਲਾ ਕੇ ਨਿਕਲ ਪਈ। ਕੁੜੀ ਹੁਣ ਬੱਸ ਸਟਾਪ 'ਤੇ ਖੜ੍ਹੀ ਸੱਚੀ ਮੁੱਚੀ ਬੱਸ ਦੀ ਉਡੀਕ ਕਰ ਰਹੀ ਸੀ। ਬੱਸ ਸਟਾਪ 'ਤੇ ਖੜ੍ਹੀ ਕਾਕੇ ਵੱਲ ਵੇਖ ਰਹੀ ਕੁੜੀ ਕਾਕੇ ਨੂੰ ਇੰਝ ਜਾਪ ਰਹੀ ਸੀ ਜਿਵੇਂ ਬਨੇਰੇ 'ਤੇ ਬੈਠਾ ਗੋਲਾ ਕਬੂਤਰ ਉਸ ਵੱਲ ਵੇਖ ਕੇ ਅਸੀਸਾਂ ਦੇ ਰਿਹਾ ਹੋਵੇ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ।